ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ। ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆ। ਵਾਹਿਗੁਰੂ ਸਾਹਿਬ ਜੀਓ ਜਤ ਪਾਹਾਰਾ ਧੀਰਜ ਸੁਨਿਆਰ। ਅਹਰਣ ਮਤ ਵੇਦ ਹਥਿਆਰ। ਧੰਨ ਧੰਨ ਗੁਰੂ ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ, ਗੱਦੀ ਤੇ ਸੁਭਾਏਮਾਨ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ। ਬੜੀ ਸਤਿਗੁਰਾਂ ਨੇ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਮਾਂ ਹੈ ਲੜੀਵਾਰ ਸਤਿਗੁਰਾਂ ਦੀ ਪਾਵਨ ਬਾਣੀ ਜਪਜੀ ਸਾਹਿਬ ਦੀ ਵਿਚਾਰ ਦਾ। ਅੱਜ ਆਪਾਂ ਜਪਜੀ ਸਾਹਿਬ ਦੀ 38ਵੀਂ ਪੌੜੀ ਦੀ ਵਿਚਾਰ ਕਰਨੀ ਹੈ, ਜੋ ਜਪਜੀ ਸਾਹਿਬ ਦੀ ਅਖੀਰਲੀ ਪੌੜੀ ਹੈ। ਕੁਝ ਕੁ ਵਿਚਾਰਾਂ ਜੋ ਆਪਾਂ ਪਿੱਛੇ ਵਿਚਾਰ ਕਰਕੇ ਆਏ ਹਾਂ ਸਮੁੱਚੀ ਜਪਜੀ ਦੀ, ਉਹਦੇ ਬਾਰੇ ਗੱਲ ਕਰਕੇ ਫਿਰ ਆਪਾਂ ਇਸ ਪੌੜੀ ਦੀ ਆਰੰਭਤਾ ਕਰਦੇ ਹਾਂ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰਬਖਸ਼ੀ ਫਤਿਹ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਅਸੀਂ ਜਪਜੀ ਸਾਹਿਬ ਦੀ ਵਿਚਾਰ ਆਰੰਭ ਕੀਤੀ ਸੀ ਤੇ ਸਤਿਗੁਰਾਂ ਨੇ ਉਸ ਅਕਾਲ ਦੇ ਗੁਣ ਦੱਸਣ ਉਪਰੰਤ ਇੱਕ ਸਵਾਲ ਮਨੁੱਖਤਾ ਦੇ ਅੱਗੇ ਰੱਖਿਆ ਸੀ। ਉਹ ਸਵਾਲ ਸਤਿਗੁਰਾਂ ਨੇ ਜੋ ਮਨੁੱਖਤਾ ਦੇ ਅੱਗੇ ਰੱਖਿਆ, ਉਹ ਸਵਾਲ ਸੀ ਕਿਵ ਸਚਿਆਰਾ ਹੋਈਐ ਕੇਵਲ ਕੂੜੈ ਟੁੱਟੈ ਪਾਲ। ਤੇ ਉਹਦਾ ਹੀ ਸਤਿਗੁਰਾਂ ਨੇ ਉੱਤਰ ਦਿੱਤਾ ਸੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਕਿ ਭਾਈ ਸਚਿਆਰਾ ਬਣ ਕੇ ਹੀ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋਇਆ ਜਾ ਸਕਦਾ ਹੈ। ਤੇ ਸਚਿਆਰਾ ਜਿਹੜਾ ਹੈ ਉਹ ਹੁਕਮ 'ਚ ਚੱਲਣ ਦੇ ਨਾਲ ਬਣਿਆ ਜਾਂਦਾ ਹੈ। ਸਮੁੱਚੀ ਜਪਜੀ ਸਾਹਿਬ ਦੀ ਬਾਣੀ ਮਨੁੱਖ ਨੂੰ ਸਚਿਆਰ ਬਣਾਉਣ ਦੇ ਵੱਲ ਲੈ ਕੇ ਜਾਂਦੀ ਹੈ, ਸਚਿਆਰ ਮਨੁੱਖ ਬਣਾਉਣ ਦੇ ਵੱਲ। ਜੇ ਕੋਈ ਨਾਮ ਦਾ ਸੁਣਨ ਕਰਦਾ ਹੈ, ਜੇ ਨਾਮ ਦਾ ਕੋਈ ਮੰਨਣ ਕਰਦਾ ਹੈ ਤੇ ਨਾਮ ਦਾ ਮੰਨਣ ਕਰਨ ਤੋਂ ਬਾਅਦ ਮਨ ਦੇ ਵਿੱਚ ਪਰਮਾਤਮਾ ਪ੍ਰਤੀ ਭਾਵ ਰੱਖਦਾ ਹੈ, ਪਿਆਰ ਰੱਖਦਾ ਹੈ। ਸੁਣਿਆ ਮੰਨਿਆ ਮਨ ਕੀਤਾ ਭਾਵ। ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਮੰਨਿਆ, ਜਿਨ੍ਹਾਂ ਨੇ ਭਾਵ ਕੀਤਾ, ਫਿਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਫਿਰ ਉਹ ਮਨੁੱਖ ਪੰਚ ਪ੍ਰਵਾਨ ਬਣ ਗਏ। ਉਹ ਪ੍ਰਵਾਨ ਹੋ ਗਏ ਉਸ ਅਕਾਲ ਪੁਰਖ ਦੇ ਦਰ ਦੇ ਉੱਤੇ। ਫਿਰ ਉਹ ਜਿਹੜੇ ਮਨੁੱਖ ਆ, ਜਿਹੜੇ ਪ੍ਰਵਾਨ ਜਾਣੇ ਆ, ਉਹ ਪਰਮਾਤਮਾ ਦੇ ਦਰ 'ਤੇ ਸੌਂਦੇ ਹਨ। ਆਪਾਂ ਪੰਜਾਂ ਖੰਡਾਂ ਦੀ ਵਿਚਾਰ ਕੀਤੀ। ਸਚਿਆਰ ਮਨੁੱਖ ਬਣ ਗਏ ਤੇ ਸਚਿਆਰ ਹੋ ਕਰਕੇ ਉਹ ਫਿਰ ਇਹਨਾਂ ਪੰਜਾਂ ਖੰਡਾਂ 'ਚ ਵਿਚਰਦੇ ਆ, ਧਰਮ ਕਮਾਉਂਦੇ ਆ। ਫਿਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਧਰਮ ਕਮਾਉਂਦੇ ਆ। ਫਿਰ ਉਹਨਾਂ ਦਾ ਗਿਆਨ ਦੀ ਵਿਸ਼ਾਲਤਾ ਹੁੰਦੀ ਹੈ ਤੇ ਜਦੋਂ ਗਿਆਨ ਦੀ ਵਿਸ਼ਾਲਤਾ ਹੁੰਦੀ ਹੈ ਫਿਰ ਉਹ ਸਰਮਖੰਡ 'ਚ ਆਨੰਦ ਪ੍ਰਾਪਤ ਕਰਦੇ ਆ। ਤੇ ਜਦੋਂ ਸਰਮਖੰਡ 'ਚ ਵਿਚਰਦੇ ਆ ਫਿਰ ਉਹ ਕਰਮਖੰਡ ਦੇ ਵਿੱਚ ਬਲੀ ਯੋਧੇ ਸੂਰਮੇ ਹੁੰਦੇ ਆ, ਜਿੱਥੇ ਉਹ ਵਿਕਾਰਾਂ ਨੂੰ ਜਿੱਤ ਲੈਂਦੇ ਆ। ਤੇ ਫਿਰ ਉਹ ਸੱਚਖੰਡ 'ਚ ਪ੍ਰਵੇਸ਼ ਕਰਦੇ ਆ, ਜਿਸ ਜਗ੍ਹਾ ਦੇ ਉੱਤੇ ਉਹ ਸਦੀਵੀ ਤੌਰ 'ਤੇ ਆਪਣਾ ਸਥਾਨ ਕਰਦੇ ਹਨ, ਜਿੱਥੇ ਉਹ ਸਦੀਵੀ ਤੌਰ 'ਤੇ ਵਸਦੇ ਹਨ। ਸਤਿਗੁਰਾਂ ਨੇ ਇਹ ਸਮੁੱਚੀ ਬਾਣੀ ਜਪਜੀ ਦੀ
जिस विच मनुख नूं ताकीद कीती है भाई तू सचियारा बनना है। तो सचियारा बनने लई ये जपजी साहब उस मनुख के लिए बड़ी सहाई है। सतगुरु ने जगह जगह के उत्ते इस जपजी बाणी के अंदर दस्या कि भाई तेरा जीवन सचियारा किवें बन सकता है। तो अज आपां जिस पौड़ी की विचार करनी है जपजी की अखीरली पौड़ी है। इस अखीरली पौड़ी के अंदर सतगुरां ने जो बख्शिश की है ये कह लो कि ये तत्सार है सिख रहत का। ये सिख रहत का मुढ़ है जिथों सिख रहत आरंभ होंदी है। कोई भी मनुख सचियारा बनना चाहता हो, कोई भी मनुख ब्रह्म ज्ञानी बनना चाहता हो, कोई भी मनुख संत बनना चाहता हो, भगत बनना चाहता हो, ਉਹਦੇ जीवन चों आ झलकारे जो अज सतगुरु इस पौड़ी के अंदर बख्शिश करनगे ना, ये झलकारे ਉਹਦੇ जीवन चों वजने चाहिए। ये गल्लां ਉਹਦੇ जीवन चों होणियां चाहिदियां। तो वह मनुख जिहड़ा एक सच्चा महापुरख, वह मनुख सचियार है, वह मनुख ब्रह्म ज्ञानी है, वह मनुख संत है। जिस मनुख के जीवन के अंदर अज जो पावन पौड़ी आपां विचार लगे हैं ना, इस पौड़ी विच जो दसिया है ना सतगुरां ने, जे उस मनुख के जीवन च ये गल्लां हन वो मनुख सचियारा है। वो मनुख इस जपजी साहब की बाणी विच जो गल कीती है ना सतगुरां ने कि जो नाम का सुनन करते आ, जो नाम का मनन करते आ, जो 5 खंडां च विचरदे आ, वो मनुख अज इस जो पौड़ी है ना उन्होंने अपने जीवन से टिका के देखन कि की साडा जीवन इस तरह का है। वो मनुख पंच प्रवान हैं, वो मनुख सचियारे हैं। सो सतगुरां दी रहमत सदका ये पौड़ी आपां विचारन का यतन करते हैं। सतगुरां ने बख्शिश की, सतगुर कहते जत पाहारा धीरज सुनियार। साध संगत एक सुनियारा जो हुंदा है ना, वो जदों किसी आभूषण नूं, किसी चीज़ नूं, किसी सोने की वस्तु नूं घड़दा है तो उहदे लई एक तरीका हुंदा है। देखो एक हड्डी ते बैठ के ते एक पट्ठी उन्हें लाई हुंदी है छोटी जी, ते धूकनी दे नाल फूकां मार के ते उत्थे वो सोने नूं शुद्ध करदा है। शुद्ध करके ते फिर उहदे चंगे चंगे जिहड़े आभूषण जां कह लो वो जिहड़े सोहणे सोहणे उहदे बना करके सोने दे वख वख तरह के गहने ते वो जिहड़ा है उन्होंने लोगों के अगे पेश करता है। जिन्हों जिस तरह का पसंद होंदा है उस तरह का बनाता है। तो ਉਹਦੇ ਵਿੱਚ ਉਹ बड़े ही तरीके ਦੇ ਨਾਲ, बड़े प्यार ਨਾਲ, धीरज ਨਾਲ ਉਹ सोने ਨੂੰ ਜਿਹੜਾ ਸਾਫ਼ करता है, शुद्ध करता है, ਉਹਦੇ ਉੱਤੇ ਸੱਟਾਂ ਮਾਰਦਾ है। ਸੱਟਾਂ ਮਾਰਨ ਤੋਂ ਬਾਅਦ फिर ਉਹਦਾ एक चंगा गहना बना के ਜਿਹੜਾ पेश करता है। इस तरीके ਦੇ ਨਾਲ सतगुरां ने एक सिख ਨੂੰ भी ये गल, एक जगियासू ਨੂੰ भी ये गल कही है कि भाई तेरा जीवन जिहड़ा वो एक सोने की तरह है। तो इस सोने की तरह तेरा जिहड़ा जीवन है ना, इनू तू घड़ना है तो घड़ के ऐसा बनाना कि अपने गुरु नू भा जावे, अपने गुरु के दर के उत्ते प्रवान हो जावे। इस तरह का तू अपना जीवन जिहड़ा बनाना है। सतगुरां ने बख्शिश की। सतगुरु कहते जत पाहारा। पहारा का अर्थ हुंदा टिकाणा। पहारा का अर्थ कह लो जिवें कोई दुकान होवे। पहारा का अर्थ कह लो जिवें कोई टिकाना, किसी जगह पर बैठ के कोई कारज किया जाए। सतगुरु कहते जिहड़ा जत है ना उन्होंने तू अपना पहारा बना ला। उस मनुख के जीवन के विच जत जिहड़ा है वो पहारा बन जाता है, जिहड़ा शब्द नूं कमाउंदा है। जत दे विच रहिंदा है, इंद्रियां दे उत्ते उहदा काबू हुंदा है। वो काम, क्रोध, लोभ, मोह, हंकार इन्हां 5 विकारां दा जेतू हुंदा है। वो अपनियां अखां दे नाल पराया शरीर नहीं वेखदा। वो कहंदा ए नेत्रो मेरे हो हर तुम्मै जोत धरी, हर बिन अवर ना देखो कोई, हर बिन अवर ना देखो कोई, नदरी हर निहालिया। वो अपने कन्नां दे नाल विकार निंदिया नहीं सुनदा। वो ये गल कहंदा ए सरवणो मेरे हो साचे सुनने नो पठाए, साचे सुनने नो पठाए, शरीर लाए सुनो सत बाणी, जित सुनी मन तन हरिया हुआ रसना रसमाए। वो फिर अपनी जेबा नूं कहंदा है कि तू नाम जप, तू विकारां विच ना पै। वो जत दा धारनी हुंदा है। कहण तो भाव वो अपने
ਆਪਣੇ ਸਾਰਿਆਂ ਅੰਗਾਂ ਦੇ ਉੱਤੇ, ਆਪਣੇ ਸਰੀਰਕ ਅੰਗਾਂ ਦੇ ਉੱਤੇ, ਉਹ ਆਪਣੀਆਂ ਇੰਦਰੀਆਂ ਦੇ ਉੱਤੇ ਕਾਬੂ ਰੱਖਦਾ ਹੈ, ਉਹ ਜਤੀ ਮਨੁੱਖ ਹੁੰਦਾ ਹੈ। ਸਤਿਗੁਰਾਂ ਨੇ ਕਿਹਾ ਤੂੰ ਭਾਈ ਜੇ ਸਚਿਆਰਾ ਬਣਨਾ ਹੈ ਤੇ ਆਪਣੇ ਸਰੀਰ ਦੇ ਉੱਤੇ ਕਾਬੂ ਰੱਖ, ਆਪਣੀਆਂ ਇੰਦਰੀਆਂ 'ਤੇ ਕਾਬੂ ਰੱਖ, ਜਤ ਦਾ ਧਾਰਨੀ ਹੋ, ਜਤ ਪਹਾਰਾ। ਫੇਰ ਸਤਿਗੁਰੂ ਧੀਰਜ ਸੁਨਿਆਰ, ਸੁਨਿਆਰਾ ਕਦੀ ਕਾਹਲਾ ਨਹੀਂ ਪੈਂਦਾ, ਉਹ ਬੜੇ ਆਰਾਮ ਦੇ ਨਾਲ ਸੋਨੇ ਨੂੰ ਸ਼ੁੱਧ ਕਰਦਾ ਹੈ ਤੇ ਸ਼ੁੱਧ ਕਰਨ ਤੋਂ ਬਾਅਦ ਉੱਤੇ ਬੜੇ ਪਿਆਰ ਦੇ ਨਾਲ ਹੌਲੀ ਹੌਲੀ ਜਿਹੜਾ ਹੈ ਨਾ ਉਹਨੂੰ ਘੜਦਾ ਹੈ, ਕਦੀ ਕਾਹਲਾ ਨਹੀਂ ਪੈਂਦਾ। ਤੇ ਸਤਿਗੁਰੂ ਕਹਿੰਦੇ ਤੂੰ ਕਾਹਲਾ ਨਾ ਪੈ, ਸੁਨਿਆਰੇ ਵਰਗਾ ਧੀਰਜ ਰੱਖ, ਕਿਉਂਕਿ ਇਸ ਜਗ੍ਹਾ ਦੇ ਉੱਤੇ ਕਈ ਜਨਮ ਲੱਗ ਜਾਂਦੇ ਆ ਉਸ ਅਕਾਲ ਪੁਰਖ ਤੱਕ ਪਹੁੰਚਣ ਵਾਸਤੇ। ਸ਼ਬਦ ਦੀ ਕਮਾਈ ਕਰਦਿਆਂ ਕਾਹਲਾ ਨਾ ਪੈ। ਇੱਥੇ ਹੱਥ ਜੋੜ ਕੇ ਕਹਿ ਬਹੁਤ ਜਨਮ ਵਿਛੜੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਇੱਥੇ ਇਹ ਨਹੀਂ ਕਿ ਮਿਲ ਹੀ ਮਿਲ, ਕਹਿ ਰਵਿਦਾਸ ਆਸ ਲੱਗ ਜੀਵੋ। ਵਾਹਿਗੁਰੂ ਅਜੇ ਵੀ ਆਸ ਹੈ, ਕੋਈ ਪੱਕਾ ਪਤਾ ਨਹੀਂ ਹੈ। ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਇਸ ਤਰ੍ਹਾਂ ਦਾ ਜੀਵਨ ਹੋਵੇ, ਇਸ ਤਰ੍ਹਾਂ ਦਾ ਧੀਰਜ ਰੱਖ, ਦੋਵੇਂ ਹੱਥ ਜੋੜ ਕੇ ਗੁਰੂ ਅੱਗੇ। ਜਤ ਕਮਾ, ਫਿਰ ਉਸ ਤੋਂ ਬਾਅਦ ਧੀਰਜ ਰੱਖੋ ਸੁਨਿਆਰੇ ਵਾਂਗ। ਜਤ ਪਹਾਰਾ, ਧੀਰਜ ਸੁਨਿਆਰ, ਫਿਰ ਅਹਰਣ ਮੱਤ, ਫਿਰ ਆਪਣੀ ਮੱਤ ਨੂੰ ਅਹਰਣ ਦੇ ਉੱਤੇ ਰੱਖ। ਜਿਸ ਅਹਰਣ 'ਤੇ ਇੱਕ ਅਹਰਣ ਹੁੰਦੀ ਆ ਲੋਹਾਰਾਂ ਕੋਲ, ਜਿਹਦੇ ਉੱਤੇ ਰੱਖ ਕੇ ਲੋਹਾ ਕੁੱਟਿਆ ਜਾਂਦਾ ਹੈ। ਇੱਕ ਛੋਟੀ ਅਹਰਣ ਜਿਹੜੀ ਸੁਨਿਆਰੇ ਦੇ ਕੋਲ ਹੁੰਦੀ ਹੈ, ਅਤੇ ਸਤਿਗੁਰੂ ਕਹਿੰਦੇ ਉਹਦੇ ਉੱਤੇ ਆਪਣੀ ਮੱਤ ਨੂੰ ਰੱਖ। ਜਿਹੜੀ ਤੇਰੀ ਮੱਤ ਹੈ ਨਾ, ਜਿਹੜੀ ਵਿਕਾਰਾਂ ਵਿੱਚ ਜਾਂਦੀ ਹੈ, ਜਿਹੜੀ ਕਿਤੇ ਕਿਸੇ ਦੀ ਨਿੰਦਿਆ ਸੁਣਨ ਵੱਲ, ਕਿਸੇ ਦੀ ਨਿੰਦਿਆ ਕਰਨ ਵੱਲ ਜਾਂਦੀ ਹੈ, ਜਿਹੜੀ ਦੂਸਰਿਆਂ 'ਚ ਕਮੀਆਂ ਲੱਭਣ ਵੱਲ ਜਾਂਦੀ ਹੈ, ਇਸ ਮੱਤ ਨੂੰ ਉਸ ਅਹਰਣ ਦੇ ਉੱਤੇ ਰੱਖ। ਅਤੇ ਉਸ ਅਹਰਣ ਦੇ ਉੱਤੇ ਰੱਖ ਕੇ ਫਿਰ ਕਰ ਕੀ ਵੇਦ ਹਥਿਆਰ। ਫਿਰ ਗੁਰੂ ਦਾ ਜਿਹੜਾ ਸ਼ਬਦ ਹੈ ਨਾ ਉਹਨੂੰ ਹਥਿਆਰ ਬਣਾ। ਹਥਿਆਰ ਸ਼ਬਦ ਹੈ, ਤੱਥੇ ਨੂੰ ਬਿਹਾਰੀ ਲਾ ਕੇ ਪੜ੍ਹਨਾ, ਸਿਹਾਰੀ ਲਾ ਕੇ ਨਹੀਂ ਪੜ੍ਹਨਾ। ਵੇਦ ਹਥਿਆਰ, ਗੁਰੂ ਦੇ ਸ਼ਬਦ ਨੂੰ ਹਥਿਆਰ ਬਣਾ। ਜਦੋਂ ਤੇਰਾ ਮਨ ਵਿਕਾਰਾਂ ਵੱਲ ਜਾਣ ਲੱਗੇ, ਜਦੋਂ ਤੇਰੀ ਮੱਤ ਪਲਟਣ ਲੱਗੇ, ਉਦੋਂ ਦੋਵੇਂ ਹੱਥ ਜੋੜ ਕੇ ਸਤਿਗੁਰੂ ਅੱਗੇ ਅਰਦਾਸ ਕਰ ਕਿ ਹੇ ਸਤਿਗੁਰੂ ਜੀ, ਨਿਰਭੈ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ। ਕਾਮਾਰਥੀ ਸੁਆਰਥੀ ਵਾਕੀ ਪੈ ਸੁਆਰੀ। ਤਵ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੈ। ਸਿੰਘ ਸ਼ਰਨ ਕਤ ਜਾਈਏ ਜਬ ਜੰਬੋ ਗਰਾਸੈ। ਦੋਵੇਂ ਹੱਥ ਜੋੜ ਕੇ ਕਹਿ ਕਿ ਸਿੰਘ ਸ਼ਰਨ ਕਤ ਜਾਈਏ ਜਬ ਜੰਬੋ ਗਰਾਸੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਆ, ਏਕ ਬੂੰਦ ਜਲ ਕਾਰਨੈ ਚਾਤ੍ਰਿਕ ਦੁਖ ਪਾਵੈ। ਪ੍ਰਾਣ ਗਏ ਸਾਗਰ ਮਿਲੈ ਫੁਨ ਕਾਮਨਾ ਆਵੈ। ਸਤਿਗੁਰੂ ਜੇ ਪ੍ਰਾਣ ਚਲੇ ਗਏ, ਸਾਗਰ ਮਿਲ ਜਾਵੇ, ਕੀ ਫਾਇਦਾ। ਏਕ ਬੂੰਦ ਜਲ ਕਾਰਨੈ ਚਾਤ੍ਰਿਕ ਦੁਖ ਪਾਵੈ। ਪ੍ਰਾਣ ਗਏ ਸਾਗਰ ਮਿਲੈ ਫੁਨ ਕਾਮਨਾ ਆਵੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਦੋਵੇਂ ਹੱਥ ਜੋੜ ਕੇ ਕਹਿ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਆਪ ਜੀ ਦੇ ਅੱਗੇ ਅਰਦਾਸ ਹੈ ਕਿ ਜੇ ਮੇਰਾ ਮੱਤ ਮੇਰੀ ਪਲਟ ਗਈ ਹੈ, ਜੇ ਮੇਰੀ ਮੱਤ ਹੋਰ ਪਾਸੇ ਨੂੰ ਚਲੀ ਗਈ ਆ, ਤੇ ਤੁਸੀਂ ਲੱਜਿਆ ਰੱਖਣ ਵਾਲੇ ਹੋ, ਤੁਸੀਂ ਕਿਰਪਾ ਕਰਨ ਵਾਲੇ ਹੋ। ਮੈਂ ਨਹੀਂ ਕਛ ਹਉ ਨਾਹੀ ਕਛ ਆਹੇ ਨਾ ਮੋਰਾ। ਅਵਸਰ ਲੱਜਾ ਰਾਖ ਲਿਓ ਸਤਨਾ ਜਨ ਤੋਰਾ। ਜੇ ਤੇਰੀ ਮੱਤ ਵਿਕਾਰਾਂ ਵੱਲ ਜਾਂਦੀ ਹੈ, ਅਰਦਾਸ ਕਰ ਗੁਰੂ ਅੱਗੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੇ ਪੰਜਾਂ ਵਿਕਾਰਾਂ 'ਚ ਘਿਰ ਗਿਆ ਹੈ, ਜੇ ਮੱਤ ਇਹਨਾਂ ਵਿਕਾਰਾਂ ਵੱਲ ਜਾਂਦੀ ਹੈ, ਜੇ ਮੱਤ ਹੋਰ ਪਾਸੇ ਜਾਂਦੀ ਹੈ, ਤੇ ਇਸ ਸ਼ਬਦ ਦਾ ਜਿਹੜਾ ਹੈ ਨਾ ਉਹ ਅਭਿਆਸ ਕਰ। ਇਸ ਸ਼ਬਦ ਦੀਆਂ ਸੱਟਾਂ ਆਪਣੇ ਮਨ ਉੱਤੇ ਮਾਰ, ਆਪਣੀ ਮੱਤ ਉੱਤੇ ਮਾਰ। ਆਪਣੀ ਮੱਤ ਨੂੰ ਤੂੰ ਪਵਿੱਤਰ ਕਰ। ਜਪਜੀ ਪੜ, ਸੁਖਮਨੀ ਸਾਹਿਬ ਪੜ, ਨਿਤਨੇਮ ਕਰ। ਜਿੰਨੀ ਬਾਣੀ ਤੇਰੇ ਕੋਲੋਂ ਪੜ੍ਹੀ ਜਾਂਦੀ ਹੈ ਨਾ, ਇਹ ਸਾਰਾ ਸ਼ਬਦ ਹੀ ਹੈ, ਇਹ ਗੁਰੂ ਦਾ ਗਿਆਨ ਹੀ ਹੈ। ਉਸ ਗੁਰੂ ਦੇ ਗਿਆਨ ਦੀਆਂ ਸੱਟਾਂ ਆਪਣੀ ਮੱਤ ਉੱਤੇ ਮਾਰ, ਜੇ ਤੇਰੀ ਮੱਤ ਕਿਸੇ ਹੋਰ ਪਾਸੇ ਜਾਂਦੀ ਹੈ। ਵੇਦ ਹਥਿਆਰ ਸਤਿਗੁਰਾਂ ਨੇ ਕਿਹਾ। ਭਉ ਖੱਲਾ ਅਗਨ ਤਪ ਤਾਓ। ਫਿਰ ਸਤਿਗੁਰੂ ਕਹਿੰਦੇ ਜਿਹੜਾ ਪਰਮਾਤਮਾ ਦਾ ਨਿਰਮਲ ਭਉ ਹੈ ਨਾ, ਉਹਨੂੰ ਧੌਂਕਣੀ ਬਣਾ। ਧੌਂਕਣੀ ਕਹਿ ਲਓ, ਫੂਕਣੀ। ਜਦੋਂ ਚੁੱਲ੍ਹੇ 'ਚ ਅੱਗ ਬਾਲਦੀਆਂ ਸਨ ਨਾ ਸੁਆਣੀਆਂ ਪੁਰਾਣੇ ਸਮਿਆਂ 'ਚ, ਹੁਣ ਤਾਂ ਚਲੋ ਗੈਸ ਆ ਗਏ, ਅਤੇ ਉਹ ਫੂਕ ਮਾਰਨ ਦੇ ਵਾਸਤੇ ਇੱਕ ਫੂਕਣੀ ਬਣਾਈ ਹੁੰਦੀ ਸੀ ਛੋਟੀ ਜਿਹੀ, ਜਿਹਦੇ ਨਾਲ ਅੱਗ ਬਲ ਜਾਂਦੀ ਸੀ। ਅਤੇ ਸੁਨਿਆਰਿਆਂ ਕੋਲ ਵੀ ਉਹ ਹੁੰਦੀ ਅੱਗ ਬਾਲਣ ਵਾਸਤੇ। ਸਤਿਗੁਰੂ ਬਖਸ਼ਿਸ਼ ਕਰਦੇ, ਉਸ ਫੂਕਣੀ ਦੇ ਨਾਲ ਤੂੰ ਜਿਹੜਾ ਹੈ ਨਾ ਉਸ ਫੂਕਣੀ ਨੂੰ, ਭਉ ਨੂੰ, ਪਰਮਾਤਮਾ ਦੇ ਨਿਰਮਲ ਭਉ ਨੂੰ, ਕਿ ਉਹ ਸਦਾ ਹੀ ਦੇਖ ਰਿਹਾ ਹੈ, ਉਹ ਅੰਗ ਸੰਗ ਹੈ। ਜੇ ਅੱਜ ਵਿਕਾਰਾਂ ਵੱਲ ਜਾਵਾਂਗਾ ਉਹ ਤਾਂ ਵੀ ਦੇਖ ਰਿਹਾ ਹੈ, ਜੇ ਨਿਰਮਲ ਕਰਮ ਕਰਾਂਗਾ ਉਹ ਤਾਂ ਵੀ ਦੇਖ ਰਿਹਾ। ਦੁਨੀਆ ਦਾ ਭਉ ਨਹੀਂ ਇੱਥੇ ਗੱਲ ਕੀਤੀ, ਨਿਰਮਲ ਭਉ ਦੀ ਗੱਲ ਕੀਤੀ ਹੈ ਕਿ ਪਰਮਾਤਮਾ ਅੰਗ ਸੰਗ ਹੈ। ਇਹ ਗੱਲ ਯਾਦ ਰੱਖ।
सतगुरु सच्चे पातशाह बख्शिश करदे, भौ खला धौंकनी बना तू उस भौ नूं, परमात्मा दे नाम दे भौ नूं धौंकनी बना, अगन तप ताओ। फिर तप जिहड़ा है ना उहनूं अग्नि की तरह, अग बाल किहदी, तप दी, अगन तप ताओ, अग बाल। सतगुरु सच्चे पातशाह कहंदे आ तप कर। किहड़ा तप जी? अमृत वेले उठण दा तप कर, गुरु घर आके सिमरन करन दा तप कर, सत संगत विच बैठण दा मन बना, सत संगत विच बैठ के नाम सुन दी आदत पा। ये तप है सब तो वड्डा। गुरसेवा तपां सिर तप असीं कहने कि गुरु की सेवा कर, सिमरन कर, बाणी पढ़। अमृत वेले उठण दा तप जिहड़ा है ना ये भी बड़ा वड्डा है। जिहड़े जंगलां 'च जांदे आ वो तप तो करदे ही आ, पर यह भी तप बड़ा वड्डा है। अपने मन नूं इस पासे लैके आउणा कि तू शब्द विच जुड़, ये बड़ा वड्डा तप है। सतगुरु कहंदे ये तप तू कर, अगन तप ताओ। फिर की जी? भांडा भाओ अमृत ते ढाल। फिर प्यार दा भांडा जिहड़ा, भाव दा अर्थ आपां कीता सी प्यार। फिर एक भांडा जिहड़ा कुठाली जिहदे विच नाम रूपी जिहड़ा है ना अमृत वो पाउणा है। जदों मनुख दा जीवन जत वाला हो गया, जदों मनुख दे जीवन दे विच धीरज आ गया, जदों उहदी मत घड़ी गई गुरु दे शब्द दे द्वारा, तो फिर जदों भाव आ गया परमात्मा दा निर्मल, जदों तप कीता, जदों बाणी पढ़ी, सिमरन कीता, अपने मन नूं टिका लिया, तो फिर अमृत जिहड़ा वो झरदा है। फिर नाम जिहड़ा हिरदे च वसदा है, तो फिर उस नाम नूं प्यार दे भांडे च पा। भांडा भाओ अमृत तित ढाल, उते फिर परमात्मा दे नाम नूं वसा। उस भांडे दे विच परमात्मा दे नाम नूं वसाउणा कर। भांडा भाओ अमृत तित ढाल, घड़ीए शब्द सच्ची टकसाल। फिर आ टकसाल है जी जिथे असीं बैठे हैं, इस टकसाल दे विच शब्द नूं घड़। इस टकसाल च बैठ के सत संगत च बैठ के नाम जप, उस परमात्मा नूं याद कर। सत संगत च बैठ के कीर्तन सुन, सत संगत च बैठ के विचारां सुन, सत संगत च बैठ के बाणी पढ़, तेरा जीवन पवित्र होवे। फिर सतगुरु कहंदे घड़ीए शब्द सच्ची टकसाल। जिवें टकसाल दे विच सिक्का घड़िया जांदा है, इस तरह फिर तेरा जीवन घड़िया जाएगा सिक्खा। फिर तेरे जीवन दे विच जिहड़ी सतगुरां ने सचियार मनुख की गल कीती है ना, फिर वो सचियार पद तेरे जीवन चो प्रगट होएगा। घड़ीए शब्द सच्ची टकसाल, जिनको नदर करम तिनकार। हुण सतगुरु इन्ना कुछ कह के सतगुरु कहिंदे आ इहदे पिछे अपना हंकार ना लैके आई। देखी किते ये ना कह दी कि मैं बड़ा जत कमाया, ये अपने वालों हथ ना लैके जाई मैं जत कमाया, मैं धीरज कमाया, मैं अपनी मत नूं घड़िया, ये गल वल लैके ना आई। सतगुरां ने कह दिता जिनको नदर करम के तिनकार, जिन्हां दे उत्ते ओहदी नदर है ना परमात्मा दी, उही ये कार कमा सकदे आ, उही अपने जीवन नूं पवित्र बना सकदे आ, उही सचियार मनुख बन सकदे आ। जिनको नदर कर्म, ये दोवें अर्थ आपां नदर ते कर्म ये दोवें ही उस बख्शिश दे नाल संबंधित है परमात्मा दी। जिस उत्ते बख्शिश है परमात्मा दी, जिनको नदर कर्म तिनकार, उन्होंने ही ये कार कमाई है, उन्होंने ही जत सत रखिया, उन्होंने ही अपना मन धीरज च लिया, उन्होंने ही अपनी मत नूं गुरु दे शब्द दे नाल घड़िया। सतगुरु कहंदे किहदे नाल? ओहदी बख्शिश नाल। जिनको नदर कर्म तिनकार, नानक नदरी नदर निहाल। ਉਹਦੀ ਕਿਰਪा ਦੇ ਨਾਲ ਉਹ ਨਿਹਾਲ ਹੋ ਗਏ, ਉਹਨਾਂ ਨੂੰ ਆਨੰਦ ਪ੍ਰਾਪਤ ਹੋ ਗਿਆ, ਉਹ ਪੰਚ ਪ੍ਰਵਾਨ ਬਣ ਗਏ। ਉਹ ਜਿਹੜੇ ਹਨ ਮਨੁੱਖ ਉਹ ਸਚਿਆਰ ਬਣ ਗਏ, ਜਿਨ੍ਹਾਂ ਦੀ ਸਮੁੱਚੇ ਜਪਜੀ ਸਾਹਿਬ 'ਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਐਸਾ ਮਨੁੱਖ ਦਾ ਜੀਵਨ ਹੋਣਾ ਚਾਹੀਦਾ। ਐਸਾ ਮਨੁੱਖ ਜਿਹੜਾ ਹੈ ਉਹ ਪ੍ਰਵਾਨ ਹੈ ਗੁਰੂ ਦੇ ਦਰ 'ਤੇ। ਸੋ ਸਾਧ ਸੰਗਤ ਇਸ ਅਖੀਰਲੀ ਪੌੜੀ ਦੇ ਅੰਦਰ ਸਤਿਗੁਰਾਂ ਨੇ ਦੱਸਿਆ कि भाई अपने जीवन की घाट ते घड़, जीवन की घाट ते घड़ेगा तो गुरु के दर ते प्रवान होएगा। तो जीवन की घाट ते घड़न वास्ते अपने मन ते काबू, जत सत रखना, धीरज रखना, शब्द दे विच जुड़ना, ये नाल तेरे मन की घाट ते घड़ी जा सकती, होर कोई रस्ता नहीं। सो साध संगत इस 38वीं पौड़ी सतगुरां ने बख्शिश की है। कल नूं आपां इस समुची विचार की जिहड़ी समाप्ति करनी है। सलोक जिहड़ा है वो आपां कल नूं विचारना है। कल नूं ज्ञानी परमजीत सिंह जी आप जी नाल इस सलोक की विचार करनगे। सो बेनती है कि आप जी ने इस तरह जो संगत रोज़ जुड़ती है, कल का विशेष दीवान है क्योंकि विशेष ही कहांगे, कल नूं समाप्ति है, इस करके आप जी ने
ਵਿਸ਼ੇਸ਼ ਤੌਰ 'ਤੇ ਹਾਜ਼ਰੀਆਂ ਭਰਨੀਆਂ। ਕੱਲ੍ਹ ਨੂੰ ਸਲੋਕ ਦੀ ਵਿਚਾਰ ਹੋਏਗੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।